ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਮੈਂ ਹਾਂ ਸਰਬਜੀਤ ਸਿੰਘ, ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਕਿਤਾਬਾਂ ਦੇ ਪੰਨੇ। ਅੱਜ ਤੁਸੀਂ ਸੁਣੋਗੇ ਸਰਦਾਰ ਜਸਬੀਰ ਸਿੰਘ ਆਹਲੂਵਾਲੀਆ ਜੀ ਦੀ ਲਿਖੀ ਹੋਈ ਇੱਕ ਕਹਾਣੀ, ਮੈਂ ਤੇ ਮਿਸਿਜ਼ ਸੰਧੂ। ਮੈਂ ਹਮੇਸ਼ਾ ਉਸਨੂੰ ਮਿਸਿਜ਼ ਸੰਧੂ ਕਹਿ ਕੇ ਬੁਲਾਉਂਦਾ ਸਾਂ। ਹੁਣ ਵੀ ਮਿਸਿਜ਼ ਸੰਧੂ ਹੀ ਕਹਿੰਦਾ ਹਾਂ। ਇੱਕ ਸਰੂ ਵਰਗੀ, ਲੰਬੀ, ਉੱਚੀ ਤੇ ਪਤਲੀ ਜਿਹੀ, ਬਹੁਤ ਹੀ ਖੂਬਸੂਰਤ ਮੁਟਿਆਰ 60-65 ਦੇ ਨੇੜੇ ਤੇੜੇ ਜਾਪਦੀ ਸੀ। ਕਦੇ ਕਦੇ ਕਿਸੇ ਪਾਰਟੀ ਵਿੱਚ ਮਿਲ ਜਾਂਦੀ, ਜਾਂ ਇਸ ਤਰ੍ਹਾਂ ਕਹਿ ਲਵੋ ਕਿ ਦਿਖਾਈ ਦੇ ਜਾਂਦੀ ਸੀ। ਸਾਰੇ ਹੀ ਉਸਨੂੰ ਬੜੇ ਸਤਿਕਾਰ ਨਾਲ ਮਿਸਿਜ਼ ਸੰਧੂ ਕਹਿ ਕੇ ਹੀ ਬੁਲਾਉਂਦੇ ਸਨ। ਜੇ ਕੋਈ ਉਸਨੂੰ ਉਸਦਾ ਨਾਮ ਪੁੱਛ ਵੀ ਲੈਂਦਾ ਤਾਂ ਉਹ ਅੱਗੋਂ ਕਹਿ ਦਿੰਦੀ, ਮਿਸਿਜ਼ ਸੰਧੂ ਹੀ ਮੇਰਾ ਅਸਲੀ ਨਾਮ ਹੈ, ਤੇ ਮੈਂ ਪਸੰਦ ਵੀ ਕਰਾਂਗੀ ਕਿ ਹਰ ਕੋਈ ਮੈਨੂੰ ਮਿਸਿਜ਼ ਸੰਧੂ ਕਹਿ ਕੇ ਬੁਲਾਏ। ਕੁਝ ਕੁ ਨੇੜੇ ਦੇ ਦੋਸਤਾਂ ਨੂੰ ਪਤਾ ਸੀ ਕਿ ਉਸਦਾ ਅਸਲੀ ਨਾਮ ਕੀ ਹੈ, ਪਰ ਉਹ ਵੀ ਕਿਸੇ ਨੂੰ ਨਹੀਂ ਸਨ ਦੱਸਦੇ। ਜਿਸ ਨੂੰ ਪਤਾ ਸੀ ਉਸ ਨੂੰ ਪਤਾ ਸੀ, ਤੇ ਜਿਸ ਨੂੰ ਨਹੀਂ ਪਤਾ ਸੀ ਉਸ ਨੂੰ ਨਹੀਂ ਪਤਾ ਸੀ। ਬਸ ਸਾਰੇ ਉਸ ਨੂੰ ਮਿਸਿਜ਼ ਸੰਧੂ ਹੀ ਕਹਿੰਦੇ ਸਨ। ਇੱਕ ਪਾਰਟੀ ਚੱਲ ਰਹੀ ਸੀ। ਮੇਰਾ ਇੱਕ ਦੋਸਤ ਆਪਣਾ 60 ਸਾਲਵਾਂ ਜਨਮ ਦਿਨ ਮਨਾ ਰਿਹਾ ਸੀ। ਇਸ ਲਈ ਉਸ ਪਾਰਟੀ ਵਿੱਚ ਜਵਾਨ ਮੁੰਡੇ ਕੁੜੀਆਂ ਬਹੁਤ ਘੱਟ ਸਨ, ਜ਼ਿਆਦਾ ਵੱਡੀ ਉਮਰ ਵਾਲੇ ਹੀ ਸਨ। ਮਿਊਜ਼ਿਕ ਚੱਲ ਰਿਹਾ ਸੀ, ਜੋੜੇ ਨੱਚ ਰਹੇ ਸਨ। ਮੈਂ ਪਿੱਛੇ ਜਿਹੇ ਕੰਧ ਨਾਲ ਲੱਗੀਆਂ ਕੁਰਸੀਆਂ ਵਿੱਚੋਂ ਇੱਕ ਕੁਰਸੀ 'ਤੇ ਬੈਠ ਗਿਆ। ਮੈਂ ਦੇਖਿਆ ਮੇਰੇ ਨਾਲ ਦੀ ਕੁਰਸੀ 'ਤੇ ਮਿਸਿਜ਼ ਸੰਧੂ ਆ ਕੇ ਬੈਠ ਗਈ ਸੀ। ਨੱਚ ਰਹੇ ਜੋੜਿਆਂ ਵੱਲ ਵੇਖ ਕੇ ਮੈਨੂੰ ਪੁੱਛਣ ਲੱਗੀ, ਤੁਸੀਂ ਨੱਚ ਨਹੀਂ ਰਹੇ? ਤੁਹਾਡੀ ਪਤਨੀ ਨਹੀਂ ਆਈ ਤੁਹਾਡੇ ਨਾਲ? ਮੈਂ ਹੌਲੀ ਜਿਹੀ ਕਿਹਾ, ਨਹੀਂ, ਮੇਰੀ ਪਤਨੀ ਨਹੀਂ ਹੈ, ਮੈਂ ਸਿੰਗਲ ਹਾਂ। ਮਿਸਿਜ਼ ਸੰਧੂ ਕਹਿਣ ਲੱਗੀ, ਸੌਰੀ, ਕੀ ਮੈਂ ਪੁੱਛ ਸਕਦੀ ਹਾਂ ਕਿ ਤੁਹਾਡਾ ਤਲਾਕ ਹੋਇਆ ਸੀ ਜਾਂ ਕੋਈ ਹੋਰ ਕਾਰਨ? ਮੈਂ ਫਿਰ ਹੌਲੀ ਜਿਹੇ ਕਿਹਾ, ਮੇਰੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ। ਮਿਸਿਜ਼ ਸੰਧੂ ਕੁਝ ਦੇਰ ਚੁੱਪ ਰਹੀ। ਮਿਊਜ਼ਿਕ ਦੀ ਧੁਨ ਬਦਲ ਗਈ, ਜੋੜੇ ਅਜੇ ਵੀ ਨੱਚ ਰਹੇ ਸਨ। ਫਿਰ ਅਚਾਨਕ ਮਿਸਿਜ਼ ਸੰਧੂ ਕਹਿਣ ਲੱਗੀ, ਸੌਰੀ, ਮੈਂ ਤੁਹਾਡਾ ਦੁੱਖ ਸਮਝ ਸਕਦੀ ਹਾਂ, ਕਿਉਂਕਿ ਮੇਰੇ ਨਾਲ ਵੀ ਕੁਝ ਇਸੇ ਤਰ੍ਹਾਂ ਹੀ ਬੀਤੀ ਹੈ। ਮੇਰਾ ਮਿਸਟਰ ਸੰਧੂ ਵੀ 10 ਕੁ ਸਾਲ ਪਹਿਲਾਂ ਕੈਂਸਰ ਦਾ ਸ਼ਿਕਾਰ ਹੋ ਗਿਆ ਸੀ। ਉਦੋਂ ਤੋਂ ਮੈਂ ਵੀ ਇਕੱਲੀ ਹਾਂ। ਮੈਂ ਦੇਖਿਆ ਕਿ ਮਿਸਿਜ਼ ਸੰਧੂ ਨੇ ਕੁਝ ਪਲ ਨੱਚਦੇ ਜੋੜਿਆਂ 'ਤੇ ਨਜ਼ਰ ਮਾਰੀ ਤੇ ਫਿਰ ਮੇਰੇ ਵੱਲ ਵੇਖਿਆ। ਮਿਸਿਜ਼ ਸੰਧੂ ਦੀਆਂ ਅੱਖਾਂ ਵਿੱਚ ਹੰਝੂ ਸਾਫ਼ ਦਿਖਾਈ ਦੇ ਰਹੇ ਸਨ, ਜਿਵੇਂ ਬਸ ਹੁਣੇ ਡਿੱਗ ਪੈਣਗੇ। ਮੈਂ ਕਿਹਾ, ਮਿਸਿਜ਼ ਸੰਧੂ, ਬਹੁਤ ਦੁੱਖ ਹੋਇਆ ਸੁਣ ਕੇ। ਇਸ ਤੋਂ ਅੱਗੇ ਮੈਂ ਕੁਝ ਨਾ ਬੋਲ ਸਕਿਆ। ਮਿਸਿਜ਼ ਸੰਧੂ ਆਪੇ ਹੀ ਮੈਨੂੰ ਦੱਸਣ ਲੱਗ ਪਈ। ਉਹ ਇੰਡੀਅਨ ਆਰਮੀ ਵਿੱਚ ਕਰਨਲ ਸਨ, ਬਹੁਤ ਬਹਾਦਰ ਸਨ। 2 ਜੰਗਾਂ ਵੀ ਲੜੀਆਂ, ਕੁਝ ਨਹੀਂ ਹੋਇਆ, ਪਰ ਕੈਂਸਰ ਦੀ ਲੜਾਈ ਤੋਂ ਹਾਰ ਗਏ। ਮਿਸਿਜ਼ ਸੰਧੂ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਪਏ। ਉਸਨੇ ਫਿਰ ਇੱਕ ਨਜ਼ਰ ਨੱਚਦੇ ਜੋੜਿਆਂ ਵੱਲ ਵੇਖਿਆ ਤੇ ਕਹਿਣ ਲੱਗੀ, ਜੇ ਅੱਜ ਉਹ ਮੇਰੇ ਨਾਲ ਹੁੰਦੇ ਨਾ, ਤਾਂ ਅਸੀਂ ਨੱਚ-ਨੱਚ ਧਰਤੀ ਹਿਲਾ ਦਿੰਦੇ। ਮੈਂ ਮਹਿਸੂਸ ਕੀਤਾ ਕਿ ਮਿਸਿਜ਼ ਸੰਧੂ ਇੱਕ ਬਹੁਤ ਹੀ ਬਹਾਦਰ ਔਰਤ ਹੈ, ਜੋ ਕਈ ਸਾਲਾਂ ਤੋਂ ਇਕੱਲੀ ਹੀ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਮਿਊਜ਼ਿਕ ਬੰਦ ਹੋ ਗਿਆ। ਜੋੜੇ ਨੱਚਣਾ ਬੰਦ ਕਰਕੇ ਖਾਣੇ ਦੇ ਮੇਜ਼ ਦੁਆਲੇ ਹੋ ਗਏ। ਇੱਕ ਅਣਜਾਣ ਜਿਹੀ ਔਰਤ ਨੇ ਆ ਕੇ ਸਾਨੂੰ ਕਿਹਾ, ਵਾਹ, ਸਭ ਤੋਂ ਸੋਹਣੀ ਜੋੜੀ ਤਾਂ ਇੱਥੇ ਬੈਠੀ ਹੈ। ਤੁਸੀਂ ਨੱਚੇ ਵੀ ਨਹੀਂ ਹੋ। ਚਲੋ ਆਓ ਹੁਣ ਖਾਣਾ ਖਾ ਲਓ। ਤੇ ਉਹ ਅਣਜਾਣ ਔਰਤ ਸਾਨੂੰ ਛੱਡ ਕੇ ਹੋਰ ਪਾਸੇ ਚਲੀ ਗਈ। ਉਸ ਦਿਨ ਤੋਂ ਬਾਅਦ ਮੇਰੇ ਮਨ ਵਿੱਚ ਮਿਸਿਜ਼ ਸੰਧੂ ਲਈ ਹੋਰ ਵੀ ਸਤਿਕਾਰ ਵੱਧ ਗਿਆ। 1-2 ਵਾਰੀ ਮੇਰੇ ਦਿਲ ਵਿੱਚ ਖਾਹਿਸ਼ ਜਿਹੀ ਜਾਗੀ ਕਿ ਮੈਂ ਮਿਸਿਜ਼ ਸੰਧੂ ਨੂੰ ਉਸਦਾ ਅਸਲੀ ਨਾਮ ਪੁੱਛਾਂ, ਪਰ ਹੌਸਲਾ ਹੀ ਨਹੀਂ ਪਿਆ। ਪਤਾ ਨਹੀਂ ਕਿਉਂ ਮੈਨੂੰ ਇੰਜ ਮਹਿਸੂਸ ਹੋਇਆ ਕਿ ਜੇ ਮੈਂ ਉਸਦਾ ਨਾਮ ਪੁੱਛ ਲਿਆ ਤਾਂ ਮੇਰੇ ਅੰਦਰੋਂ ਉਸਦਾ ਸਤਿਕਾਰ ਘਟ ਜਾਏਗਾ, ਤੇ ਮੈਂ ਹਮੇਸ਼ਾ ਉਸਨੂੰ ਮਿਸਿਜ਼ ਸੰਧੂ ਕਹਿ ਕੇ ਹੀ ਬੁਲਾਉਂਦਾ ਰਿਹਾ। ਮੈਂ ਮਿਸਿਜ਼ ਸੰਧੂ ਦਾ ਸਤਿਕਾਰ ਕਰਦਾ ਰਿਹਾ ਤੇ ਮਿਸਿਜ਼ ਸੰਧੂ ਮੇਰਾ। ਹੌਲੀ-ਹੌਲੀ ਸਾਡੀ ਦੋਸਤੀ ਵੱਧਦੀ ਗਈ। ਸਾਡੀ ਇੱਕ ਦੂਜੇ ਲਈ ਸ਼ਰਧਾ ਵੀ ਵੱਧਦੀ ਗਈ। ਇੱਕ ਦਿਨ ਦੀ ਗੱਲ ਹੈ, ਮੈਂ ਆਪਣਾ ਕੰਮ ਖਤਮ ਕਰਕੇ ਘਰ ਜਾਣ ਦੀ ਤਿਆਰੀ ਵਿੱਚ ਸਾਂ। ਮੇਰਾ ਦਿਲ ਕੀਤਾ ਕਿ ਮੈਂ ਫੋਨ ਕਰਕੇ ਮਿਸਿਜ਼ ਸੰਧੂ ਦੀ ਤਬੀਅਤ ਬਾਰੇ ਪੁੱਛਾਂ। ਫਿਰ ਆਪੇ ਹੀ ਆਪਣੇ ਆਪ ਨੂੰ ਕਿਹਾ, ਚਲੋ ਛੱਡੋ, ਕਦੇ ਫੇਰ ਸਹੀ, ਹੁਣ ਘਰ ਹੀ ਚੱਲਦਾ। ਮੈਨੂੰ ਮਹਿਸੂਸ ਹੋਇਆ ਕਿ ਕੋਈ ਮੇਰੇ ਅੰਦਰੋਂ ਕਹਿ ਰਿਹਾ ਹੈ, ਮਿਸਿਜ਼ ਸੰਧੂ ਨੂੰ ਫੋਨ ਕਰ ਹੀ ਲਵੋ, ਹੋ ਸਕਦਾ ਹੈ ਉਸ ਦੀ ਤਬੀਅਤ ਠੀਕ ਨਾ ਹੋਵੇ। ਪਤਾ ਨਹੀਂ ਕਿਉਂ ਮੈਂ ਮਿਸਿਜ਼ ਸੰਧੂ ਦੀ ਤਬੀਅਤ ਬਾਰੇ ਹੀ ਸੋਚੀ ਜਾ ਰਿਹਾ ਸਾਂ। ਜਿਉਂ ਹੀ ਮੈਂ ਫੋਨ ਕਰਨ ਦਾ ਇਰਾਦਾ ਕੀਤਾ, ਮੇਰੇ ਮੋਬਾਈਲ ਫੋਨ ਦੀ ਘੰਟੀ ਵੱਜ ਗਈ। ਮੇਰੇ ਬੇਟੇ ਦਾ ਫੋਨ ਸੀ। ਉਹ ਪੁੱਛਣ ਲੱਗਾ, ਪਾਪਾ ਘਰ ਕਦੋਂ ਆ ਰਹੇ ਹੋ? ਮੈਂ ਕਿਹਾ, ਬਸ ਚੱਲਣ ਲੱਗਾ ਹਾਂ, ਅੱਧੇ-ਪੌਣੇ ਘੰਟੇ ਵਿੱਚ ਪਹੁੰਚ ਜਾਵਾਂਗਾ। ਬੇਟੇ ਨਾਲ ਗੱਲਬਾਤ ਖਤਮ ਹੋਈ ਤਾਂ ਮੈਂ ਘਰ ਨੂੰ ਚੱਲਣ ਲਈ ਕਾਰ ਸਟਾਰਟ ਕਰ ਲਈ। ਮੇਰੇ ਅੰਦਰੋਂ ਫਿਰ ਇੱਕ ਆਵਾਜ਼ ਆਈ, ਕੀ ਗੱਲ, ਮਿਸਿਜ਼ ਸੰਧੂ ਨੂੰ ਫੋਨ ਕਰਨ ਲੱਗੇ ਸੀ, ਭੁੱਲ ਗਏ? ਮੈਂ ਮਿਸਿਜ਼ ਸੰਧੂ ਨੂੰ ਫੋਨ ਮਿਲਾ ਦਿੱਤਾ। ਮਿਸਿਜ਼ ਸੰਧੂ ਨੇ ਫੋਨ ਚੁੱਕਿਆ।
ਬੜੀ ਹੀ ਉਦਾਸ ਤੇ ਘਬਰਾਈ ਹੋਈ ਆਵਾਜ਼ ਆਈ, ਤੁਸੀਂ ਕਿੱਥੇ ਹੋ? ਮੈਂ ਅੱਜ ਬਹੁਤ ਹੀ ਅਪਸੈਟ ਹਾਂ। ਮੈਨੂੰ ਕੁਝ ਹੋਰ ਪੁੱਛਣ ਦੀ ਜ਼ਰੂਰਤ ਮਹਿਸੂਸ ਹੀ ਨਹੀਂ ਹੋਈ, ਬਸ ਕਹਿ ਦਿੱਤਾ, ਮਿਸਿਸ ਸੰਧੂ ਮੈਂ ਤੁਹਾਡੇ ਵੱਲ ਹੀ ਆ ਰਿਹਾ ਹਾਂ। ਕਾਰ ਮਿਸਿਸ ਸੰਧੂ ਦੇ ਘਰ ਵੱਲ ਨੂੰ ਮੋੜ ਲਈ। ਸੋਚਿਆ ਦੋਸਤ ਦੇ ਘਰ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਉਦੋਂ ਤਾਂ ਬਿਲਕੁਲ ਨਹੀਂ ਜਦੋਂ ਤੁਹਾਡਾ ਦੋਸਤ ਉਦਾਸ ਤੇ ਅਪਸੈਟ ਹੋਵੇ। ਰਾਹ ਵਿੱਚ ਇੱਕ ਸ਼ਾਪਿੰਗ ਸੈਂਟਰ ਪੈਂਦਾ ਸੀ। ਜਲਦੀ ਨਾਲ ਇੱਕ ਚਾਕਲੇਟ ਦਾ ਡੱਬਾ ਤੇ ਇੱਕ ਸੋਹਣਾ ਜਿਹਾ ਫੁੱਲਾਂ ਦਾ ਗੁਲਦਸਤਾ ਖਰੀਦਿਆ ਤੇ ਥੋੜ੍ਹੀ ਦੇਰ ਬਾਅਦ ਮਿਸਿਸ ਸੰਧੂ ਦੇ ਘਰ ਪਹੁੰਚ ਗਿਆ। ਦਰਵਾਜ਼ੇ ਤੇ ਲੱਗੀ ਘੰਟੀ ਵਜਾਈ, ਪਰ ਅੱਗੋਂ ਕੋਈ ਜਵਾਬ ਨਾ ਆਇਆ। 1-2 ਮਿੰਟ ਦੀ ਉਡੀਕ ਦੇ ਬਾਅਦ ਦਰਵਾਜ਼ੇ ਨੂੰ ਹੱਥ ਲਾਇਆ ਤਾਂ ਮਹਿਸੂਸ ਹੋਇਆ ਕਿ ਦਰਵਾਜ਼ਾ ਤਾਂ ਖੁੱਲ੍ਹਾ ਹੀ ਹੈ। ਮੈਂ ਅੰਦਰ ਚਲਾ ਗਿਆ, ਪਰ ਮਿਸਿਸ ਸੰਧੂ ਨਜ਼ਰ ਨਹੀਂ ਆਈ। ਸੋਚਿਆ ਕਿ ਸ਼ਾਇਦ ਬਾਥਰੂਮ ਵਿੱਚ ਹੋਵੇ। 1-2 ਮਿੰਟ ਹੋਰ ਉਡੀਕਿਆ ਤੇ ਫਿਰ ਹੌਲੀ ਜਿਹੀ ਕਿਹਾ, ਹੈਲੋ। ਮਿਸਿਸ ਸੰਧੂ ਦੀ ਉੱਪਰਲੇ ਕਮਰੇ ਵਿੱਚੋਂ ਆਵਾਜ਼ ਆਈ, ਬਸ 1-2 ਮਿੰਟ ਹੋਰ, ਆ ਰਹੀ ਹਾਂ। ਉਹ ਪੌੜੀਆਂ ਉਤਰ ਰਹੀ ਸੀ ਤੇ ਮੈਂ ਗੁਲਦਸਤਾ ਲੈ ਕੇ ਖੜਾ ਹੋ ਗਿਆ। ਗੁਲਦਸਤਾ ਭੇਂਟ ਕੀਤਾ ਤਾਂ ਮਿਸਿਸ ਸੰਧੂ ਹੈਰਾਨ ਹੋ ਗਈ ਤੇ ਕਹਿਣ ਲੱਗੀ, ਇਹ ਫਾਰਮੈਲਿਟੀ ਕਿਉਂ? ਮੈਂ ਕਿਹਾ, ਮਿਸਿਸ ਸੰਧੂ ਇਹ ਫਾਰਮੈਲਿਟੀ ਨਹੀਂ ਹੈ, ਇੱਕ ਦੋਸਤ ਦਾ ਪਿਆਰ ਹੈ। ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਕੋਈ ਤੁਹਾਡਾ ਆਪਣਾ ਹੈ ਜੋ ਤੁਹਾਡਾ ਖਿਆਲ ਰੱਖਦਾ ਹੈ, ਜੋ ਹਰ ਵਕਤ ਤੁਹਾਡੇ ਬਾਰੇ ਸੋਚਦਾ ਹੈ। ਮਿਸਿਸ ਸੰਧੂ ਨੇ ਅੱਗੋਂ ਕੁਝ ਨਹੀਂ ਕਿਹਾ, ਬਸ ਇੱਕ ਵਾਸ ਲਿਆ ਕੇ ਗੁਲਦਸਤਾ ਸਜਾ ਕੇ ਕੰਧ ਉੱਤੇ ਲੱਗੀ ਕਰਨਲ ਸਾਹਿਬ ਦੀ ਫੋਟੋ ਦੇ ਹੇਠਾਂ ਪਏ ਮੇਜ਼ ਉੱਤੇ ਰੱਖ ਦਿੱਤਾ। ਅਸੀਂ ਦੋਵੇਂ ਆਮਣੇ ਸਾਹਮਣੇ ਸੋਫਿਆਂ ਤੇ ਬੈਠ ਗਏ। ਮਿਸਿਸ ਸੰਧੂ ਦੱਸਣ ਲੱਗੀ ਕਿ ਉਹ ਅੱਜ ਉਦਾਸ ਤੇ ਅਪਸੈਟ ਕਿਉਂ ਹੋਈ। ਜਦੋਂ ਉਹ ਜ਼ਿਆਦਾ ਹੀ ਉਦਾਸ ਹੋ ਗਈ ਤਾਂ ਫਿਰ ਉਸਨੂੰ ਸਭ ਦੋਸਤਾਂ ਦੀ ਯਾਦ ਆਉਣ ਲੱਗੀ। ਕੌਣ ਹੈ ਜੋ ਉਸ ਕੋਲ ਆ ਕੇ ਉਸ ਦਾ ਦੁੱਖ ਸੁਣੇ, ਉਸ ਦਾ ਦੁੱਖ ਵੰਡਾਏ। ਅੱਜ ਉਸਨੂੰ ਕਰਨਲ ਸਾਹਿਬ ਦੀ ਯਾਦ ਆਉਣ ਲੱਗੀ। ਉਹ ਹੋਰ ਵੀ ਜ਼ਿਆਦਾ ਉਦਾਸ ਹੋ ਗਈ। ਅੱਜ ਉਸਨੂੰ ਮਹਿਸੂਸ ਹੋਇਆ ਕਿ ਕੋਈ ਉਸਦਾ ਆਪਣਾ ਹੋਣਾ ਚਾਹੀਦਾ ਹੈ, ਕੋਈ ਦੋਸਤ ਹੋਣਾ ਚਾਹੀਦਾ ਹੈ। ਉਸਨੂੰ ਮੇਰੀ ਯਾਦ ਆਉਣ ਲੱਗੀ। ਉਹ ਮੈਨੂੰ ਫੋਨ ਕਰਨ ਦੀ ਸੋਚਣ ਲੱਗੀ। ਇਸ ਤੋਂ ਪਹਿਲਾਂ ਕਿ ਉਹ ਮੈਨੂੰ ਫੋਨ ਕਰੇ, ਮੇਰਾ ਫੋਨ ਉਸ ਕੋਲ ਪਹੁੰਚ ਗਿਆ ਤੇ ਫਿਰ ਮੈਂ ਪਹੁੰਚ ਗਿਆ। ਮਿਸਿਸ ਸੰਧੂ ਸਾਰੇ ਦਿਨ ਦਾ ਹਾਲ ਸੁਣਾਉਂਦੀ ਰਹੀ ਤੇ ਫਿਰ ਅਚਾਨਕ ਕਹਿਣ ਲੱਗੀ, ਚਲੋ ਮੈਂ ਤੁਹਾਨੂੰ ਕੌਫੀ ਪਿਲਾਉਂਦੀ ਹਾਂ। ਮੈਂ ਕਿਹਾ, ਮਿਸਿਸ ਸੰਧੂ ਮੈਂ ਕੌਫੀ ਨਹੀਂ ਪੀ ਸਕਦਾ। ਕੌਫੀ ਪੀਣ ਨਾਲ ਮੇਰਾ ਬਲੱਡ ਪ੍ਰੈਸ਼ਰ ਬਹੁਤ ਵੱਧ ਜਾਂਦਾ ਹੈ ਤੇ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ। ਮਿਸਿਸ ਸੰਧੂ ਕਹਿਣ ਲੱਗੀ, ਚਲੋ ਫਿਰ ਮੈਂ ਤੁਹਾਨੂੰ ਚਾਹ ਪਿਲਾਉਂਦੀ ਹਾਂ। ਮੈਂ ਕਿਹਾ, ਮਿਸਿਸ ਸੰਧੂ ਚਾਹ ਮੈਂ ਇੱਕ ਸ਼ਰਤ ਤੇ ਪੀਵਾਂਗਾ। ਤੁਹਾਨੂੰ ਯਾਦ ਹੈ ਕਿ ਪਿਛਲੀ 2 ਵਾਰੀਆਂ ਵਿੱਚ ਤੁਸੀਂ ਮੈਨੂੰ ਤਾਂ ਚਾਹ ਪਿਲਾ ਦਿੱਤੀ ਸੀ, ਪਰ ਆਪ ਨਹੀਂ ਸੀ ਪੀਤੀ। ਇਸ ਵਾਰੀ ਜੇ ਤੁਸੀਂ ਮੇਰੇ ਨਾਲ ਚਾਹ ਨਹੀਂ ਪੀਣੀ ਤਾਂ ਮੈਂ ਵੀ ਨਹੀਂ ਪੀਣੀ। ਇੱਥੇ ਬੈਠੇ ਗੱਲਾਂ ਬਾਤਾਂ ਹੀ ਕਰਦੇ ਹਾਂ। ਮਿਸਿਸ ਸੰਧੂ ਦਾ ਚਿਹਰਾ ਉਦਾਸ ਹੋ ਗਿਆ, ਅੱਖਾਂ ਵਿੱਚ ਹੰਝੂ ਭਰ ਆਏ। ਮੈਂ ਪੁੱਛਿਆ, ਕੀ ਗੱਲ ਹੋਈ ਮਿਸਿਸ ਸੰਧੂ? ਮੈਥੋਂ ਕੋਈ ਗਲਤੀ ਹੋ ਗਈ ਹੈ? ਮਿਸਿਸ ਸੰਧੂ ਨੇ ਝੱਟ ਹੀ ਆਪਣੇ ਆਪ ਨੂੰ ਸੰਭਾਲ ਲਿਆ ਤੇ ਕਹਿਣ ਲੱਗੀ, ਦਰਅਸਲ ਮੈਨੂੰ ਚਾਹ ਬਣਾਉਣੀ ਨਹੀਂ ਆਉਂਦੀ। ਮੈਂ ਹੈਰਾਨ ਹੋ ਗਿਆ, ਪੁੱਛਣ ਲੱਗਾ ਕਿ ਪਿਛਲੀ 2 ਵਾਰੀਆਂ ਤਾਂ ਤੁਸੀਂ ਚਾਹ ਬਣਾ ਕੇ ਪਿਆਈ ਸੀ, ਪਰ ਆਪ ਨਹੀਂ ਸੀ ਪੀਤੀ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਹਾਨੂੰ ਚਾਹ ਬਣਾਉਣੀ ਨਹੀਂ ਆਉਂਦੀ? ਉਹ ਕਹਿਣ ਲੱਗੀ, ਉਹ ਤਾਂ ਅੰਗਰੇਜ਼ੀ ਸਟਾਈਲ ਦੀ ਚਾਹ ਸੀ। ਗਰਮ ਪਾਣੀ ਵਿੱਚ ਟੀ ਬੈਗ ਹਿਲਾ ਕੇ ਚਾਹ ਬਣ ਜਾਂਦੀ ਹੈ। ਦਰਅਸਲ ਜਦੋਂ ਦੇ ਕਰਨਲ ਸਾਹਿਬ ਗਏ ਨੇ ਨਾ, ਮੈਂ ਚਾਹ ਨਹੀਂ ਪੀਤੀ। ਕਰਨਲ ਸਾਹਿਬ ਹੀ ਚਾਹ ਬਣਾਉਂਦੇ ਹੁੰਦੇ ਸਨ, ਮਸਾਲੇ ਵਾਲੀ ਚਾਹ, ਸੌਂਫ ਇਲਾਚੀ ਵਾਲੀ ਚਾਹ। ਵੈਸੇ ਮੇਰੇ ਕੋਲ ਚਾਹ ਦਾ ਸਾਰਾ ਸਮਾਨ ਹੈ। ਪਿਛਲੀਆਂ ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਮੇਰੀ ਬੇਟੀ ਅਮਰੀਕਾ ਤੋਂ ਆਈ ਸੀ। ਉਹ ਇਹ ਸਾਰਾ ਸਮਾਨ ਬਾਜ਼ਾਰੋਂ ਲਿਆ ਕੇ ਦੇ ਗਈ ਸੀ। ਉਸਨੇ ਬੜਾ ਜ਼ੋਰ ਲਾਇਆ ਕਿ ਮੈਂ ਉਸਦੇ ਹੱਥ ਦੀ ਮਸਾਲੇ ਵਾਲੀ ਚਾਹ ਪੀਵਾਂ, ਪਰ ਮੈਂ ਨਹੀਂ ਪੀਤੀ। ਮੇਰੇ ਮੂੰਹੋਂ ਨਿਕਲ ਗਿਆ, ਚਲੋ ਫਿਰ ਅੱਜ ਮੈਂ ਚਾਹ ਬਣਾਉਂਦਾ ਹਾਂ। ਮਿਸਿਸ ਸੰਧੂ ਕਹਿਣ ਲੱਗੀ, ਰਸੋਈ ਬਹੁਤ ਗੰਦੀ ਹੈ, ਮੈਂ ਤੁਹਾਨੂੰ ਰਸੋਈ ਵਿੱਚ ਨਹੀਂ ਆਉਣ ਦੇਣਾ। ਚਲੋ ਮੈਂ ਆਪ ਕੋਸ਼ਿਸ਼ ਕਰਦੀ ਹਾਂ ਚਾਹ ਬਣਾਉਣ ਦੀ, ਮਸਾਲੇ ਵਾਲੀ ਚਾਹ ਜਿਹੜੀ ਕਰਨਲ ਸਾਹਿਬ ਬਣਾਉਂਦੇ ਹੁੰਦੇ ਸਨ। ਮਿਸਿਸ ਸੰਧੂ ਰਸੋਈ ਵਿੱਚ ਚਲੇ ਗਈ ਤੇ ਗੈਸ ਬਾਲ ਕੇ ਚਾਹ ਦਾ ਪਾਣੀ ਰੱਖ ਦਿੱਤਾ। ਮੈਂ ਖੜਾ ਹੋ ਕੇ ਕਰਨਲ ਸਾਹਿਬ ਦੀ ਫੋਟੋ ਕੋਲ ਜਾ ਕੇ ਬੜੇ ਧਿਆਨ ਨਾਲ ਕਰਨਲ ਸਾਹਿਬ ਨੂੰ ਵੇਖਣ ਲੱਗਾ। ਮਿਸਿਸ ਸੰਧੂ ਦੀ ਰਸੋਈ ਵਿੱਚੋਂ ਆਵਾਜ਼ ਆਈ, ਦੇਖਣਾ ਜ਼ਰਾ, ਚਾਹ ਪੱਤੀ ਪਾਣੀ ਵਿੱਚ ਪਾ ਦਿਆਂ ਕਿ ਅਜੇ ਪਾਣੀ ਨੂੰ ਹੋਰ ਉਬਲਣ ਦਿਆਂ? ਮੈਂ ਰਸੋਈ ਵਿੱਚ ਜਾ ਕੇ ਦੇਖਿਆ ਕਿ ਪਾਣੀ ਤਾਂ ਅਜੇ ਚੰਗੀ ਤਰ੍ਹਾਂ ਗਰਮ ਵੀ ਨਹੀਂ ਸੀ ਹੋਇਆ। ਚਾਹ ਪੱਤੀ ਦੀ ਡੱਬੀ ਮਿਸਿਸ ਸੰਧੂ ਨੇ ਹੱਥ ਵਿੱਚ ਫੜੀ ਹੋਈ ਸੀ। ਦੱਸਣ ਲੱਗੀ ਕਿ ਇਹ ਚਾਹ ਪੱਤੀ ਕਰਨਲ ਸਾਹਿਬ ਦੀ ਪਸੰਦ ਦੀ ਹੈ। ਫਿਰ ਕਹਿਣ ਲੱਗੀ, ਉਸ ਕੋਲ ਚਾਹ ਦਾ ਮਸਾਲਾ ਵੀ ਹੈ, ਤੇ ਝੱਟ ਹੀ ਮਸਾਲੇ ਦੀ ਡੱਬੀ ਕੱਢ ਲਿਆਈ। ਮੈਂ ਡੱਬੀ ਵਿੱਚੋਂ ਥੋੜ੍ਹਾ ਜਿਹਾ ਮਸਾਲਾ ਕੱਢਿਆ ਤੇ ਪਾਣੀ ਵਿੱਚ ਪਾ ਦਿੱਤਾ। ਥੋੜ੍ਹੀ ਦੇਰ ਵਿੱਚ ਹੀ ਪਾਣੀ ਉਬਲਣ ਲੱਗ ਪਿਆ। ਮੈਂ ਮਿਸਿਸ ਸੰਧੂ ਦੇ ਹੱਥੋਂ ਚਾਹ ਪੱਤੀ ਵਾਲੀ ਡੱਬੀ ਲਈ, ਉਸ ਵਿੱਚੋਂ ਲੋੜੀਂਦੀ ਚਾਹ ਪੱਤੀ ਕੱਢੀ ਤੇ ਉਬਲਦੇ ਪਾਣੀ ਵਿੱਚ ਪਾ ਦਿੱਤੀ। ਮਿਸਿਸ ਸੰਧੂ ਨੇ ਫਰਿੱਜ ਵਿੱਚੋਂ ਦੁੱਧ ਦੀ ਬੋਤਲ ਕੱਢ ਲਈ ਤੇ ਮੈਨੂੰ ਫੜਾ ਦਿੱਤੀ।
ਮੈਂ ਉਸ ਵਿੱਚੋਂ ਲੋੜੀਂਦਾ ਦੁੱਧ ਚਾਹ ਵਾਲੇ ਪਤੀਲੇ ਵਿੱਚ ਪਾ ਦਿੱਤਾ ਤੇ ਇਸ ਤਰ੍ਹਾਂ ਮੈਂ ਤੇ ਮਿਸਿਸ ਸੰਧੂ ਨੇ ਰਲ ਕੇ ਚਾਹ ਤਿਆਰ ਕਰ ਲਈ। ਅਸਾਂ ਦੋਵਾਂ ਨੇ ਆਪਣੇ ਆਪਣੇ ਕੱਪ ਫੜੇ ਤੇ ਡਾਈਨਿੰਗ ਟੇਬਲ ਤੇ ਬੈਠ ਕੇ ਚਾਹ ਪੀਣ ਲੱਗ ਪਏ। ਮਿਸਿਸ ਸੰਧੂ ਨੇ ਚਾਹ ਦਾ ਘੁੱਟ ਭਰਿਆ ਤੇ ਕਹਿਣ ਲੱਗੀ, ਇੱਦਾਂ ਦੀ ਚਾਹ ਤਾਂ ਕਰਨਲ ਸਾਹਿਬ ਬਣਾਉਂਦੇ ਹੁੰਦੇ ਸਨ। ਮੈਂ ਕੁਝ ਕਹਿ ਨਹੀਂ ਲੱਗਾ ਸਾਂ ਕਿ ਮੇਰੇ ਫੋਨ ਦੀ ਘੰਟੀ ਵੱਜ ਗਈ। ਮੇਰੇ ਬੇਟੇ ਦਾ ਫੋਨ ਸੀ। ਕਹਿਣ ਲੱਗਾ, ਪਾਪਾ ਤੁਸੀਂ ਘਰ ਪਹੁੰਚ ਗਏ ਹੋਵੋਗੇ? ਮੈਂ ਕਿਹਾ, ਨਹੀਂ, ਮੈਨੂੰ ਕੋਈ ਕੰਮ ਪੈ ਗਿਆ ਸੀ, ਇਸ ਲਈ ਦੇਰ ਹੋ ਗਈ ਹੈ। ਬੇਟਾ ਕਹਿਣ ਲੱਗਾ, ਮੈਂ ਵੀ ਦੋਸਤਾਂ ਨਾਲ ਘੁੰਮਣ ਫਿਰਨ ਗਿਆ ਹਾਂ, ਸ਼ਾਇਦ ਕੋਈ ਮੂਵੀ ਵੇਖੀਏ, ਇਸ ਲਈ ਦੇਰ ਹੋ ਜਾਏਗੀ। ਮੈਂ ਕਿਹਾ ਪਾਪਾ ਨੂੰ ਦੱਸ ਦਿਆਂ। ਮੈਂ ਕਿਹਾ, ਕੋਈ ਗੱਲ ਨਹੀਂ ਬੇਟਾ, ਖੂਬ ਮਜ਼ੇ ਕਰੋ, ਤੇ ਫੋਨ ਬੰਦ ਕਰ ਦਿੱਤਾ। ਮਿਸਿਸ ਸੰਧੂ ਕਹਿਣ ਲੱਗੀ, ਤੁਸੀਂ ਬਹੁਤ ਖੁਸ਼ਕਿਸਮਤ ਹੋ, ਤੁਹਾਡੇ ਇਹੋ ਜਿਹੇ ਬੇਟੇ ਹਨ। ਅਸੀਂ ਫਿਰ ਚਾਹ ਦੀਆਂ ਘੁੱਟਾਂ ਭਰਨ ਲੱਗੇ। ਮਿਸਿਸ ਸੰਧੂ ਕਹਿਣ ਲੱਗੀ, ਬੇਟਾ ਮੇਰਾ ਇੰਡੀਆ ਨਹੀਂ ਛੱਡਣਾ ਚਾਹੁੰਦਾ ਤੇ ਬੇਟੀ ਅਮਰੀਕਾ ਵਿੱਚ ਪੱਕੀ ਹੈ। ਮੈਂ ਇੱਥੇ ਆਸਟ੍ਰੇਲੀਆ 'ਚ ਪੱਕੀ ਹਾਂ, ਨਾਲੇ ਇਕੱਲੀ। ਬੱਚੇ ਬਹੁਤ ਕਹਿੰਦੇ ਨੇ ਕਿ ਮੈਂ ਉਹਨਾਂ ਕੋਲ ਚਲੀ ਜਾਵਾਂ, ਪਰ ਮੈਂ ਇਹ ਘਰ ਕਿਵੇਂ ਛੱਡ ਦਿਆਂ ਜਿਹੜਾ ਬੜੇ ਪਿਆਰ ਨਾਲ ਤੇ ਸੱਧਰਾਂ ਨਾਲ ਕਰਨਲ ਸਾਹਿਬ ਬਣਾ ਕੇ ਛੱਡ ਗਏ ਨੇ। ਮੈਂ ਮਿਸਿਸ ਸੰਧੂ ਦਾ ਚਿਹਰਾ ਵੇਖਿਆ, ਉਸ ਦੀਆਂ ਅੱਖਾਂ ਵੇਖੀਆਂ। ਇਸ ਵਾਰੀ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸਨ, ਬਲਕਿ ਇੱਕ ਐਸੀ ਹਿੰਮਤ ਨਜ਼ਰ ਆਈ ਜੋ ਜ਼ਿੰਦਗੀ ਨਾਲ ਲੜ ਸਕਦੀ ਸੀ ਤੇ ਜਿੱਤ ਵੀ ਸਕਦੀ ਸੀ। ਮਿਸਿਸ ਸੰਧੂ ਦੀਆਂ ਨਜ਼ਰਾਂ ਕੰਧ ਤੇ ਲੱਗੀ ਕਰਨਲ ਸਾਹਿਬ ਦੀ ਫੋਟੋ ਤੇ ਜਾ ਟਿਕੀਆਂ। ਮੈਨੂੰ ਜਾਪਿਆ, ਕਰਨਲ ਸਾਹਿਬ ਦੀ ਫੋਟੋ ਸਿਰਫ ਫੋਟੋ ਨਹੀਂ ਹੈ, ਇੱਕ ਚਾਨਣ ਮੁਨਾਰਾ ਹੈ ਜਿਸ ਨਾਲ ਮਿਸਿਸ ਸੰਧੂ ਆਪਣੀ ਹਨੇਰੀ ਜ਼ਿੰਦਗੀ ਵਿੱਚ ਰੌਸ਼ਨੀ ਕਰਦੀ ਹੈ। ਫਿਰ ਉਸਨੇ ਮੇਰੇ ਵੱਲ ਵੇਖਿਆ, ਕੁਝ ਪਲ ਦੇਖਦੀ ਰਹੀ, ਫਿਰ ਕਹਿਣ ਲੱਗੀ, ਮੈਂ ਇੱਕ ਫੈਸਲਾ ਕੀਤਾ ਹੈ, ਅੱਜ ਤੋਂ ਮੈਂ ਤੁਹਾਨੂੰ ਤੁਹਾਡੇ ਅਸਲੀ ਨਾਮ ਨਾਲ ਬੁਲਾਇਆ ਕਰਾਂਗੀ। ਮੈਂ ਕਿਹਾ, ਮਿਸਿਸ ਸੰਧੂ, ਮੇਰੇ ਲਈ ਤਾਂ ਇਹ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੋਏਗੀ। ਤੁਹਾਡੇ ਇਸ ਤਰ੍ਹਾਂ ਕਰਨ ਨਾਲ ਕਿੰਨਾ ਆਪਣਾਪਣ ਮਹਿਸੂਸ ਹੁੰਦਾ ਹੈ, ਕਿੰਨਾ ਪਿਆਰ ਭਰਿਆ ਹੈ ਇਸ ਤਬਦੀਲੀ ਵਿੱਚ। ਤੇ ਫਿਰ ਮੈਂ ਮਿਸਿਸ ਸੰਧੂ ਨੂੰ ਪੁੱਛਿਆ, ਕੀ ਮੈਂ ਤੁਹਾਨੂੰ ਮਿਸਿਸ ਸੰਧੂ ਦੀ ਬਜਾਏ ਤੁਹਾਡਾ ਅਸਲੀ ਨਾਮ ਲੈ ਕੇ ਬੁਲਾ ਸਕਦਾ ਹਾਂ? ਪਰ ਮੈਨੂੰ ਤਾਂ ਅਜੇ ਤੱਕ ਤੁਹਾਡਾ ਅਸਲੀ ਨਾਮ ਹੀ ਨਹੀਂ ਪਤਾ। ਮਿਸਿਸ ਸੰਧੂ ਦੇ ਚਿਹਰੇ ਦਾ ਰੰਗ ਬਦਲ ਗਿਆ। ਇੱਕ ਅਣਜਾਣੀ ਜਿਹੀ ਪੀੜ ਉਸ ਦੇ ਚਿਹਰੇ ਤੇ ਫੈਲ ਗਈ ਤੇ ਉਹ ਮੇਰੇ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਚਾਹ ਦੇ ਖਾਲੀ ਕੱਪ ਚੁੱਕ ਕੇ ਰਸੋਈ ਵਿੱਚ ਚਲੀ ਗਈ। ਮੈਂ ਸਾਹਮਣੇ ਕੰਧ ਤੇ ਲੱਗੀ ਕਰਨਲ ਸਾਹਿਬ ਦੀ ਫੋਟੋ ਨੂੰ ਨਿਹਾਰਨ ਲੱਗ ਪਿਆ। ਸਾਹਮਣੇ ਕੰਧ ਤੇ ਲੱਗੀ ਆਪਣੀ ਪਤਨੀ ਦੀ ਫੋਟੋ ਨੂੰ ਨਿਹਾਰ ਰਿਹਾ ਸਾਂ। ਅੱਜ ਸਾਡੇ ਵਿਆਹ ਦਾ ਦਿਨ ਸੀ। ਸਵੇਰ ਹੋ ਚੁੱਕੀ ਸੀ। ਮੈਂ ਅਜੇ ਬਿਸਤਰੇ ਵਿੱਚ ਹੀ ਸਾਂ, ਪਰ ਪੂਰੀ ਤਰ੍ਹਾਂ ਜਾਗਿਆ ਹੋਇਆ ਸਾਂ। ਪੁਰਾਣੀਆਂ ਯਾਦਾਂ ਤਾਜ਼ਾ ਕਰ ਰਿਹਾ ਸਾਂ। ਕਿਵੇਂ ਇਕੱਠੇ ਅਸੀਂ ਆਪਣੇ ਵਿਆਹ ਦਾ ਦਿਨ ਮਨਾਉਂਦੇ ਹੁੰਦੇ ਸਾਂ। ਕਦੇ ਛੁੱਟੀਆਂ ਲੈ ਕੇ ਸ਼ਹਿਰ ਤੋਂ ਦੂਰ ਕਿਸੇ ਪਹਾੜੀ ਥਾਂ 'ਤੇ ਹਫ਼ਤਾ ਭਰ ਛੁੱਟੀਆਂ ਮਨਾਉਂਦੇ। ਆਪਣੀ ਪਤਨੀ ਦੀ ਫੋਟੋ ਵਿੱਚੋਂ ਸਭ ਕੁਝ ਸਾਫ਼ ਨਜ਼ਰ ਆ ਰਿਹਾ ਸੀ। ਫਿਰ ਉਹ ਦਿਨ ਯਾਦ ਆਉਣ ਲੱਗੇ ਜੋ ਮੈਂ ਇਕੱਲਿਆਂ ਨੇ ਬਿਤਾਏ ਸਨ। ਤੇ ਫਿਰ ਯਾਦ ਆ ਗਈ ਮਿਸਿਸ ਸੰਧੂ। ਮੈਂ ਆਪਣੇ ਆਪ ਵਿੱਚ ਸੋਚਿਆ, ਮਿਸਿਸ ਸੰਧੂ ਨੇ ਆਪਣਾ ਅਸਲੀ ਨਾਮ ਨਹੀਂ ਦੱਸਿਆ, ਨਾ ਹੀ ਉਹ ਦੱਸਣਾ ਚਾਹੁੰਦੀ ਹੈ। ਇਹ ਸੋਚ ਕੇ ਮੇਰੇ ਅੰਦਰ ਇੱਕ ਝੁਣਚਣੀ ਜਿਹੀ ਆ ਗਈ। ਮੈਂ ਫਿਰ ਆਪਣੀ ਪਤਨੀ ਦੀ ਫੋਟੋ ਵੱਲ ਵੇਖਿਆ। ਜਾਪਿਆ ਜਿਵੇਂ ਉਹ ਕੋਈ ਸਵਾਲ ਕਰ ਰਹੀ ਹੈ। ਮੈਂ ਆਪਣੇ ਆਪ ਨੂੰ ਉਸ ਦਾ ਦੋਸ਼ੀ ਮੰਨਣ ਲੱਗ ਪਿਆ। ਫਿਰ ਆਪੇ ਹੀ ਉਸ ਦਾ ਜਵਾਬ ਦੇਣ ਲੱਗ ਪਿਆ। ਮੈਂ ਜਿਵੇਂ ਆਪਣੀ ਪਤਨੀ ਨੂੰ ਕਹਿ ਰਿਹਾ ਹਾਂ, ਮੈਂ ਕੌਣ ਹੁੰਦਾ ਹਾਂ ਮਿਸਿਸ ਸੰਧੂ ਦੇ ਪਤੀ ਦੀ ਥਾਂ ਲੈਣ ਵਾਲਾ। ਮੈਂ ਤਾਂ ਇੱਕ ਦੋਸਤ ਹਾਂ ਤੇ ਦੋਸਤੀ ਨਿਭਾਉਣੀ ਚਾਹੁੰਦਾ ਹਾਂ। ਮਿਸਿਸ ਸੰਧੂ ਇਕੱਲੀ ਹੈ ਤੇ ਉਸ ਨੂੰ ਕੋਈ ਦੋਸਤ ਚਾਹੀਦਾ ਹੈ। ਮੈਂ ਵੀ ਇਕੱਲਾ ਹਾਂ, ਮੈਨੂੰ ਵੀ ਕੋਈ ਸਾਥ ਚਾਹੀਦਾ ਹੈ। ਇਸ ਨੂੰ ਇਤਫਾਕ ਹੀ ਸਮਝੋ ਕਿ ਮਿਸਿਸ ਸੰਧੂ ਦਾ ਫੋਨ ਆ ਗਿਆ। ਮੈਂ ਹੌਲੀ ਜਿਹੀ ਹੈਲੋ ਕਿਹਾ ਤੇ ਮਿਸਿਸ ਸੰਧੂ ਦਾ ਹਾਲ ਪੁੱਛਿਆ। ਉਸਨੇ ਮੇਰਾ ਹਾਲ ਪੁੱਛਦਿਆਂ ਕਿਹਾ, ਕੀ ਗੱਲ ਬੜੇ ਸੁਸਤ ਲੱਗ ਰਹੇ ਹੋ? ਮੈਂ ਜਵਾਬ ਦਿੱਤਾ, ਨਹੀਂ ਮੈਂ ਠੀਕ ਹਾਂ। ਉਹ ਕਹਿਣ ਲੱਗੀ, ਜਾਪਦਾ ਅਜੇ ਪੂਰੀ ਤਰ੍ਹਾਂ ਜਾਗੇ ਨਹੀਂ ਹੋ। ਜਾਗ ਤਾਂ ਪਿਆ ਹਾਂ, ਪਰ ਅਜੇ ਬਿਸਤਰੇ ਵਿੱਚ ਹੀ ਹਾਂ, ਤੁਹਾਨੂੰ ਯਾਦ ਕਰ ਰਿਹਾ ਸਾਂ। ਮੈਂ ਆਪਣੀ ਪਤਨੀ ਦੀ ਫੋਟੋ ਵੱਲ ਵੇਖਦਿਆਂ ਆਖਿਆ, ਮਿਸਿਸ ਸੰਧੂ, ਮੈਂ ਇੱਕ ਫੈਸਲਾ ਕੀਤਾ ਹੈ। ਮਿਸਿਸ ਸੰਧੂ ਚੁੱਪ ਰਹੀ। ਮੈਂ ਫਿਰ ਕਿਹਾ, ਮੈਂ ਤੁਹਾਨੂੰ ਹਮੇਸ਼ਾ ਮਿਸਿਸ ਸੰਧੂ ਹੀ ਕਿਹਾ ਕਰਾਂਗਾ। ਮੈਂ ਕਦੀ ਵੀ ਤੁਹਾਡਾ ਅਸਲੀ ਨਾਮ ਨਹੀਂ ਲਵਾਂਗਾ, ਇਹ ਮੇਰਾ ਵਾਅਦਾ ਰਿਹਾ। ਤੇ ਫਿਰ ਮੈਂ ਆਪਣੀ ਪਤਨੀ ਦੀ ਫੋਟੋ ਵੱਲ ਵੇਖਣ ਲੱਗਾ। ਮੈਨੂੰ ਜਾਪਿਆ ਕਿ ਉਹ ਫੋਟੋ ਵਿੱਚ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਮਿਸਿਸ ਸੰਧੂ ਨੇ ਪੁੱਛਿਆ, ਅੱਜ ਸ਼ਾਮ ਨੂੰ ਤੁਸੀਂ ਕੀ ਕਰ ਰਹੇ ਹੋ? ਮੈਂ ਜਵਾਬ ਦਿੱਤਾ, ਅੱਜ ਸ਼ਾਮ ਨੂੰ ਮੈਂ ਕੁਝ ਨਹੀਂ ਕਰ ਰਿਹਾ, ਬਿਲਕੁਲ ਵਿਹਲਾ ਹਾਂ। ਮਿਸਿਸ ਸੰਧੂ ਕਹਿਣ ਲੱਗੀ, ਅੱਜ ਮੇਰੇ ਕਰਨਲ ਦਾ ਜਨਮ ਦਿਨ ਹੈ, ਤੁਸੀਂ ਮੇਰੇ ਨਾਲ ਡਿਨਰ 'ਤੇ ਚੱਲੋਗੇ? ਸ਼ਹਿਰ ਵਿੱਚ ਇੱਕ ਨਵਾਂ ਰੈਸਟੋਰੈਂਟ ਖੁੱਲ੍ਹਿਆ ਹੈ, ਉੱਥੇ ਚੱਲਾਂਗੇ। ਇਸ ਪਿਆਰ ਭਰੇ ਨਿਉਤੇ ਦਾ ਭਲਾ ਮੈਂ ਕੀ ਜਵਾਬ ਦਿੰਦਾ। ਆਪਣੇ ਬਿਸਤਰੇ ਵਿੱਚੋਂ ਬਾਹਰ ਨਿਕਲਿਆ, ਆਪਣੀ ਪਤਨੀ ਦੀ ਫੋਟੋ ਅੱਗੇ ਖੜ੍ਹਾ ਹੋਇਆ, ਹੱਥ ਜੋੜੇ, ਆਪਣਾ ਸਿਰ ਝੁਕਾਇਆ ਤੇ ਕਿਹਾ, ਦੋਸਤੀ ਕੀਤੀ ਏ, ਨਿਭਾਉਣੀ ਤਾਂ ਪਏਗੀ ਹੀ।
ਦੋਸਤੋ, ਤੁਸੀਂ ਸੁਣ ਰਹੇ ਸੀ ਜਸਬੀਰ ਸਿੰਘ ਆਹਲੂਵਾਲੀਆ ਦੀ ਲਿਖੀ ਹੋਈ ਕਹਾਣੀ ਮੈਂ ਤੇ ਮਿਸਿਜ਼ ਸੰਧੂ। ਅੱਜ ਇੰਨਾ ਹੀ। ਰੱਬ ਰਾਖਾ।